ला नूर पाया कुदरत के सब बंदे, एक नूर ते सब जग उपजया, कौन भले तो मंदे। गुरु प्यारे साध संगत जी, प्यार से फतेह बुलाओ। वाहिगुरु जी का खालसा, वाहिगुरु जी की फतेह। गुरु नानक देव जी ने 20 रुपए तो लंगर ਦੀ ਸ਼ੁਰੂਆਤ ਕੀਤੀ। ਉਸ ਵੇਲੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੁਝ ਅਜਿਹੀ ਇੱਕ ਪ੍ਰਥਾ ਬਣ ਸਕਦੀ ਹੈ ਜਿਸ ਦੇ ਵਿੱਚ ਹਰ ਜਾਤ ਪਾਤ, ਹਰ ਫਿਰਕੇ ਤੋਂ ਕੋਈ ਵੀ ਆ ਕੇ ਇਕੱਠੇ ਇੱਕੋ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਸਕੇ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਜਿਹਾ ਕਰਕੇ ਦਿਖਾਇਆ ਜਿਸ ਨਾਲ ਇੱਕ ਅਜਿਹਾ ਰੈਵੋਲੂਸ਼ਨ ਪੈਦਾ ਹੋਇਆ ਜਿਸ ਨਾਲ ਸਾਰੇ ਧਰਮਾਂ ਦੇ ਲੋਕ, ਹਰ ਫਿਰਕੇ ਦੇ ਲੋਕ ਲੰਗਰ ਵਿੱਚ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ। ਤੇ ਅੱਜ ਅਸੀਂ ਆਪਣੀ ਇਸ ਧਰਮ ਵਿਚਾਰ ਵਿੱਚ ਲੰਗਰ ਤੇ ਪੰਗਤ ਤੇ ਹੀ ਵਿਚਾਰ ਕਰ ਰਹੇ ਹਾਂ ਕਿ ਇਹ ਸਾਰਾ ਕਨਸੈਪਟ ਕੀ ਹੈ, ਇਸ ਦੇ ਪਿੱਛੇ ਦੀ ਸੋਚ ਕੀ ਹੈ, ਨਾਲ ਦੇ ਨਾਲ ਇਸ ਦਾ ਮੌਜੂਦਾ ਸਰੂਪ ਕੀ ਹੈ। ਅੱਜ ਸਾਡੇ ਨਾਲ ਇੱਕ ਓਂਕਾਰ ਦੇ ਸਫ਼ਰ ਵਿੱਚ ਹਮ ਸਫ਼ਰ ਬਣਨ ਵਾਸਤੇ ਮੌਜੂਦ ਨੇ ਗਿਆਨੀ ਕੁਲਦੀਪ ਸਿੰਘ ਜੀ ਸਰਲੀ, ਜਿਹੜੇ ਗੁਰਮਤਿ ਪ੍ਰਚਾਰਕ ਵਜੋਂ ਆਪਣੇ ਸੇਵਾਵਾਂ ਨਿਭਾ ਰਹੇ ਨੇ। ਕੁਲਦੀਪ ਸਿੰਘ ਜੀ, ਤੁਹਾਡਾ ਇੱਕ ਓਂਕਾਰ ਵਿੱਚ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਜੀ, ਹੁਣ ਸ਼ੁਰੂ ਕਰਦੇ ਹਾਂ ਅੱਜ ਦੀ ਧਰਮ ਵਿਚਾਰ। ਸਰਲੀ ਜੀ, ਜੇਕਰ ਅਸੀਂ ਲੰਗਰ ਦੀ ਗੱਲ ਕਰੀਏ, ਹਾਂਜੀ, ਕਿ ਅਸੀਂ ਦੇਖਦੇ ਹਾਂ ਕਿ ਇਹ ਸ਼ੁਰੂ ਤੋਂ ਮੰਨਿਆ ਜਾਂਦਾ ਹੈ ਕਿ ਜਿੱਥੇ ਨਿਸ਼ਾਨ ਸਾਹਿਬ ਹੈ, ਬਿਲਕੁਲ ਨਜ਼ਰ ਆ ਰਿਹਾ ਝੂਲਦਾ, ਹਾਂਜੀ, ਉਸੇ ਕੋਈ ਭੁੱਖਾ ਹੋਏ, ਕੋਈ ਮੁਸਾਫਿਰ ਹੋਏ, ਉਹਨੂੰ ਲੱਗਦਾ ਹੈ ਇੱਥੇ ਸਾਨੂੰ ਰਿਹਾਇਸ਼ ਮਿਲ ਜਾਏਗੀ, ਇੱਥੇ ਸਾਨੂੰ ਲੰਗਰ ਮਿਲ ਜਾਏਗਾ। ਹਾਂਜੀ, ਤੇ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਹਾਂ ਬਈ ਅਗਰ ਅਸੀਂ ਕਮਾਵਾਂਗੇ ਨਹੀਂ ਤੇ ਕੀ ਰੋਟੀ ਲੰਗਰ ਤੋਂ ਖਾਵਾਂਗੇ। ਹਾਂ, ਬਿਲਕੁਲ। ਯਾਨੀ ਇਹ ਇਸ ਤਰ੍ਹਾਂ ਦਾ ਇੱਕ ਕਨਸੈਪਟ ਹੈ ਜਿਹੜਾ ਹੁਣ ਸਾਡੇ ਕਲਚਰ ਵਿੱਚ ਇੱਕ ਰਚ ਮਚ ਗਿਆ ਹੈ। ਹਾਂਜੀ, ਪਰ ਸ਼ੁਰੂਆਤ ਜੇਕਰ ਅਸੀਂ ਲੰਗਰ ਦੀ ਕਰੀਏ ਕਿ ਲੰਗਰ ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਸ਼ੁਰੂ ਕੀਤਾ, ਹਾਂਜੀ ਹਾਂਜੀ, ਲੰਗਰ ਤੋਂ ਕੀ ਭਾਵ ਹੈ, ਪੰਗਤ ਤੋਂ ਕੀ ਭਾਵ ਹੈ, ਜੇਕਰ ਅਸੀਂ ਸ਼ੁਰੂਆਤ ਅਰਥ ਤੋਂ ਕਰੀਏ। ਬਿਲਕੁਲ ਜੀ, ਜਦੋਂ ਮਤਲਬ ਵਿਦਵਾਨਾਂ ਦੀ ਰਾਏ ਲੈਂਦੇ ਆ ਜੀ, ਤੇ ਵੱਖ-ਵੱਖ ਗ੍ਰੰਥਾਂ ਦੇ ਵਿੱਚ ਲੰਗਰ ਦੇ ਬਾਬਤ, ਪੰਗਤ ਦੇ ਬਾਬਤ ਜਿਹੜੀ ਵਿਚਾਰ ਆਈ ਹੈ, ਜਦੋਂ ਡਾਕਟਰ ਗੁਰਸ਼ਰਨ ਸਿੰਘ ਨੂੰ ਪੜ੍ਹਿਆ ਜਾਵੇ ਤੇ ਉਹਨਾਂ ਨੇ ਸ਼ਬਦਕੋਸ਼ ਦੇ ਅੰਦਰ ਲੰਗਰ ਦੇ ਅਰਥ ਕੀਤੇ ਆ ਭੋਜਨਸ਼ਾਲਾ। ਤੇ ਦੂਜੇ ਨੰਬਰ ਤੇ ਜਦੋਂ ਸਿੱਖ ਧਰਮ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਨੇ ਲਗਭਗ 8 ਅਰਥ ਦਿੱਤੇ ਨੇ ਲੰਗਰ ਦੇ ਬਾਬਤ। ਪਹਿਲੇ ਨੰਬਰ ਤੇ ਉਹਨਾਂ ਨੇ ਅਰਥ ਜਿਹੜਾ ਦਿੱਤਾ ਅਨਲ ਗ੍ਰਹਿ, ਪਾਕਸ਼ਾਲਾ ਤੇ ਰਸੋਈ ਦਾ ਘਰ। ਲੰਗਰ ਕੀ ਸੇਵਾ ਨਿਤ ਕਰਹੀ, ਇਹ ਲਫ਼ਜ਼ ਜਿਹੜੇ ਅਲਫਾਜ਼ ਨੇ ਇਹ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੇ ਨੇ। ਦੂਜੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਇੱਕ ਜੋਗੀ ਹੈ ਜਿਸ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਵਿਚਾਰ ਚਰਚਾ ਕੀਤੀ, ਉਹਦਾ ਨਾਮ ਵੀ ਲੰਗਰ ਆਇਆ। ਮਨ ਲੰਗਰ ਰੋਸ ਕਿਉਂ ਸੁਣ ਕੇ, ਇਹ ਅਲਫਾਜ਼ ਜਿਹੜੇ ਨੇ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਮਿਲਦੇ ਨੇ। ਤੀਜੇ ਨੰਬਰ ਤੇ ਉਹਨਾਂ ਨੇ ਗੱਲ ਕੀਤੀ ਹੈ, ਉਹ ਕਹਿੰਦੇ ਨੇ ਢੀਠ ਲੱਜਾ ਰਹਿਤ ਖਾਵਲ ਲੰਗਰ ਦੈਕਰ ਗਾਲੀ, ਇਹ ਕ੍ਰਿਸ਼ਨ ਨਾਮ ਦੇ ਵਿੱਚ ਅਲਫਾਜ਼ ਆਏ ਨੇ। ਚੌਥੇ ਨੰਬਰ ਤੇ ਉਹਨਾਂ ਨੇ ਕੀਤੇ ਚੰਪਲ ਚਚਲ, ਚੰਚਲ ਤੇ ਚਪਲ। ਪੰਜਵੇਂ ਨੰਬਰ ਤੇ ਜਿਹੜੇ ਅਲਫਾਜ਼ ਤੇ ਅਰਥ ਜਿਹੜੇ ਸਾਡੇ ਸਾਹਮਣੇ ਉਹਨਾਂ ਨੇ ਦਿੱਤੇ ਨੇ, ਉਹ ਕਹਿੰਦੇ ਫਾਰਸੀ ਦੇ ਅੰਦਰ ਲੰਗਰ ਨੂੰ ਇਸ ਪ੍ਰਕਾਰ ਦੇ ਨਾਲ ਸਾਡੇ ਸਾਹਮਣੇ ਰੱਖਿਆ ਜਾਂਦਾ ਹੈ ਕਿ ਇੱਕ ਲੋਹੇ ਦਾ ਵਜਨਦਾਰ ਕੁੰਡਾ ਜਿਸ ਨੂੰ ਪਾਣੀ ਦੇ ਵਿੱਚ ਸੁੱਟ ਕੇ ਜਹਾਜ਼ ਨੂੰ ਠਹਿਰਾਇਆ ਜਾਂਦਾ ਹੈ, ਉਹਨੂੰ ਫਾਰਸੀ ਦੇ ਵਿੱਚ ਲੰਗਰ ਕਹਿੰਦੇ ਨੇ। ਛੇਵੇਂ ਨੰਬਰ ਤੇ ਉਹਨਾਂ ਨੇ ਅਰਥ ਦਿੱਤੇ ਨੇ ਘੰਟੇ ਆਦਿ ਦਾ ਲੰਬਕ, ਉਹਨੂੰ ਵੀ ਲੰਗਰ ਕਿਹਾ ਜਾਂਦਾ ਹੈ। ਸੱਤਵੇਂ ਨੰਬਰ ਤੇ ਕਹਿੰਦੇ ਕਿ 2 ਤਹਿ ਦੇ ਕੱਪੜਿਆਂ ਨੂੰ ਸੀਣ ਤੋਂ ਪਹਿਲਾਂ, ਜੋੜਨ ਤੋਂ ਪਹਿਲਾਂ ਜਿਹੜਾ ਟਾਂਕਾ ਲਾਇਆ ਜਾਂਦਾ ਉਹਨੂੰ ਵੀ ਲੰਗਰ ਕਿਹਾ ਜਾਂਦਾ ਹੈ। 8ਵੇਂ ਨੰਬਰ ਦਾ ਅਰਥ ਉਹਨਾਂ ਨੇ ਦਿੱਤਾ ਹੈ ਅਨਾਥਾਂ ਨੂੰ ਜਿੱਥੇ ਅੰਨਦਾਨ ਮਿਲੇ ਉਸ ਥਾਂ ਨੂੰ ਵੀ ਲੰਗਰ ਕਿਹਾ ਜਾਂਦਾ ਹੈ। ਹੁਣ ਕਹਿਣ ਤੋਂ ਭਾਵ ਕਿ ਇਹਨੇ ਅਰਥ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਾਂ ਹੋਰ ਵਿਦਵਾਨਾਂ ਨੇ ਸਾਡੇ ਸਾਹਮਣੇ ਰੱਖੇ ਨੇ ਤੇ ਵੱਖ-ਵੱਖ ਇਹਨੂੰ ਭਾਸ਼ਾਵਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਵਰਤਿਆ ਜਾਂਦਾ ਹੈ। ਪਰ ਅਸਲ ਦੇ ਵਿੱਚ ਜਿਹੜਾ ਸਿੱਖ ਧਰਮ ਦਾ ਸਿਧਾਂਤ ਹੈ, ਸਿੱਖ ਧਰਮ ਦੇ ਵਿੱਚ ਲੰਗਰ ਨੂੰ ਵਰਤਿਆ ਜਾਂਦਾ ਹੈ ਜਿੱਥੇ ਇੱਕ ਰਸ ਦੇ ਵਿੱਚ, ਇੱਕ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਬੜੇ ਪਿਆਰ ਦੇ ਨਾਲ ਛਕਿਆ ਜਾਂਦਾ ਹੈ, ਉਸ ਨੂੰ ਲੰਗਰ ਕਿਹਾ ਜਾਂਦਾ ਹੈ। ਦੂਜੇ ਨੰਬਰ ਤੇ ਜਿਹੜਾ ਪੰਗਤ, ਜਦੋਂ ਇਸ ਚੀਜ਼ ਦੀ ਸਟੱਡੀ ਕਰੀਏ, ਅਧਿਐਨ ਕਰੀਏ ਤੇ ਪੰਗਤ ਲਫ਼ਜ਼ ਜਿਹੜਾ ਹੈ ਮਹਾਨ ਕੋਸ਼ ਦੇ ਅੰਦਰ ਬਹੁਤ ਘੱਟ ਮਿਲਿਆ।
ਪੰਗਤ ਲਫ਼ਜ਼ ਮਿਲਦਾ ਜਿਹੜਾ ਕੱਕੇ ਦੇ ਨਾਲ ਹੈ, ਕਿਉਂਕਿ ਪੰਗਤ ਲਫ਼ਜ਼ ਗੱਗੇ ਨਾਲ ਪੈਂਦਾ, ਕੱਕੇ ਨਾਲ ਮਿਲਿਆ ਪੰਕਤ, ਜਿਸ ਦਾ ਮੀਨਿੰਗ ਹੈ ਸ਼੍ਰੇਣੀ, ਇੱਕ ਕਤਾਰ, ਗੋਤਰ, ਕੁੱਲ, ਵੰਸ਼। ਇਹ 5-7 ਅਰਥ ਜਿਹੜੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਕੀਤੇ ਨੇ। ਪੰਗਤ ਇੱਕ ਕਤਾਰ ਦੇ ਵਿੱਚ ਬੈਠ ਕੇ, ਇੱਕ ਸ਼੍ਰੇਣੀ ਦੇ ਵਿੱਚ ਬੈਠ ਕੇ, ਬੜੇ ਪਿਆਰ ਦੇ ਨਾਲ ਉੱਚਾ ਤੇ ਨੀਵਾਂ ਜਿੱਥੇ ਬੈਠ ਕੇ ਲੰਗਰ ਛਕ ਸਕਦਾ ਹੈ। ਸਿੱਖ ਧਰਮ ਦੇ ਅੰਦਰ ਲੰਗਰ ਦਾ ਮੀਨਿੰਗ ਇਹ ਹੈ। ਜੀ ਬਿਲਕੁਲ, ਕਿ ਜਿਸ ਤਰ੍ਹਾਂ ਅਸੀਂ ਹਰ ਸਰੂਪ ਵਿੱਚ ਦੇਖਿਆ ਹੈ ਕਿ ਸਭ ਤੋਂ ਪਹਿਲੀ ਗਲਤੀ ਜਿਹੜੀ ਬਰਾਬਰਤਾ ਦੀ ਗੱਲ ਹੈ, ਉਸੇ ਨੂੰ ਇੱਕ ਤਰ੍ਹਾਂ ਦੀ ਉਹ ਪੰਗਤ ਦੇ ਰੂਪ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ। ਤੇ ਲੰਗਰ ਦੇ ਕੁਝ ਪ੍ਰਕਾਰ ਵੀ ਹੁੰਦੇ ਨੇ। ਹਾਂਜੀ ਬਿਲਕੁਲ ਜੀ, ਜਿਹੜਾ ਇਹ ਸਿੱਖ ਧਰਮ ਦੇ ਅੰਦਰ ਵੈਸੇ ਤੇ ਅਸੀਂ ਲੰਗਰ ਜਿਹੜਾ ਹੈ, ਸਾਡਾ ਦਿਮਾਗ ਇੱਥੋਂ ਤੱਕ ਹੀ ਚੱਲਦਾ ਹੈ ਕਿ ਜਦੋਂ ਲੰਗਰ ਦੀ ਗੱਲ ਆਉਂਦੀ ਹੈ ਤੇ ਸਾਡੇ ਸਾਹਮਣੇ ਪ੍ਰਸ਼ਾਦੇ ਜਾਂ ਹੋਰ ਆਦਿ ਜਿਹੜੀਆਂ ਸਬਜ਼ੀਆਂ ਨੇ, ਦਾਲ ਸਬਜ਼ੀਆਂ, ਪਕਵਾਨ, ਉਹ ਘੁੰਮਦੇ ਨੇ ਸਾਡੇ ਦਿਮਾਗ ਦੇ ਵਿੱਚ। ਪਰ ਅਸਲ ਦੇ ਵਿੱਚ ਇੱਕ ਲੰਗਰ ਜਿਹੜਾ ਹੋਰ ਵੀ ਚੱਲਦਾ ਹੈ ਗੁਰੂ ਘਰ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਮੈਂ ਇਹ ਬੇਨਤੀ ਕਈ ਵਾਰ ਆਮ ਤੌਰ ਤੇ ਬਹੁਤ ਥਾਵਾਂ ਤੇ ਕੀਤੀ ਹੈ ਕਿ ਜਦੋਂ ਵੀ ਲੰਗਰ ਦੀ ਗੱਲ ਆਉਂਦੀ ਹੈ ਤੇ ਸਾਡੇ ਦਿਮਾਗ ਦੇ ਵਿੱਚ ਉਹ ਜਿਹੜਾ ਇੱਕ ਨਕਸ਼ਾ ਤਿਆਰ ਹੋਣ ਲੱਗ ਪੈਂਦਾ, ਜਿਹੜਾ ਆਮ ਪਕਵਾਨ 36 ਪ੍ਰਕਾਰ ਦੇ ਭੋਜਨਾਂ ਦੀ ਗੱਲ ਆਉਂਦੀ ਹੈ, ਅਜੋਕੇ ਸਮੇਂ ਦੇ ਹਾਲਾਤ ਨੇ ਜਿਹੜੇ। ਪਰ ਸਿੱਖ ਧਰਮ ਦੇ ਅੰਦਰ ਜਿਹੜਾ ਲੰਗਰ ਹੈ, ਜੇ ਖਡੂਰ ਸਾਹਿਬ ਦੀ ਧਰਤੀ ਤੇ ਮਾਤਾ ਖੀਵੀ ਜੀ ਲੰਗਰ ਦੇ ਵਿੱਚ ਖੀਰ ਵਰਤਾ ਰਹੇ ਨੇ, ਆਦਿ ਪਕਵਾਨ ਵਰਤਾ ਰਹੇ ਨੇ, ਤੇ ਉੱਥੇ ਹੀ ਇੱਕ ਲੰਗਰ ਹੋਰ ਚੱਲਦਾ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਜਿਹੜੇ ਅਲਫਾਜ਼ ਵਰਤੇ ਨੇ, ਲਫ਼ਜ਼ ਵਰਤੇ ਨੇ ਸਤਿਗੁਰਾਂ ਨੇ, ਉਹ ਕਹਿੰਦੇ ਲੰਗਰ ਚੱਲੈ ਗੁਰ ਸ਼ਬਦ ਹਾਰ। ਗੁਰੂ ਦੇ ਸ਼ਬਦ ਦਾ ਲੰਗਰ ਵੀ ਹੈ ਜੀ। ਲੰਗਰ ਚੱਲੈ ਗੁਰ ਸ਼ਬਦ ਹਾਰ, ਤੋਟ ਨਾ ਆਵੀ ਖਟੀਏ। ਉਸ ਲੰਗਰ ਦੇ ਵਿੱਚ ਕਦੀ ਤੋਟ ਆਉਂਦੀ ਨਹੀਂ ਹੈ। ਜੇ ਮਾਤਾ ਖੀਵੀ ਜੀ ਖੀਰ ਦਾ ਲੰਗਰ ਵਰਤਾਉਂਦੇ ਨੇ, ਜੇ ਆਦਿ ਪਕਵਾਨਾਂ ਦਾ ਲੰਗਰ ਵਰਤਾਉਂਦੇ ਨੇ, ਤੇ ਉੱਥੇ ਉਸੇ ਧਰਤੀ ਤੇ ਬੈਠ ਕੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸ਼ਬਦ ਦਾ ਲੰਗਰ ਵਰਤਾ ਰਹੇ ਨੇ, ਉੱਥੇ ਗੁਰਬਾਣੀ ਦਾ ਲੰਗਰ ਵਰਤਾਇਆ ਜਾ ਰਿਹਾ ਹੈ। ਪਰ ਆਮ ਤੌਰ ਤੇ ਸਾਨੂੰ ਇਹ ਲੰਗਰ ਛਕਣਾ ਪਸੰਦ ਨਹੀਂ ਹੈ। ਕਿਸੇ ਥਾਂ ਤੇ ਦੂਜੇ ਪਕਵਾਨ ਬਣੇ ਹੋਣ ਜਾਂ ਕੋਈ ਸਬਜ਼ੀਆਂ ਦਾਲਾਂ ਵਧੀਆ ਤਰੀਕੇ ਨਾਲ ਪਕਵਾਨ ਬਣੇ ਹੋਣ ਤੇ ਹਰ ਬੰਦਾ ਭੱਜ ਕੇ ਜਾਂਦਾ। ਜੇ ਕਿਤੇ ਗੁਰਮਤ ਦਾ ਸਮਾਗਮ ਹੋਵੇ, ਜੇ ਕਿਤੇ ਗੁਰਬਾਣੀ ਦੀ ਵਿਚਾਰ ਹੋਵੇ, ਜੇ ਕਿਤੇ ਸਿੱਖ ਧਰਮ ਦੀ ਸਟੱਡੀ ਕਰਨ ਦਾ ਕਿਤੇ ਲੈਕਚਰ ਅਟੈਂਡ ਕਰਨਾ ਹੋਵੇ, ਕੁਝ ਸਿੱਖਣ ਨੂੰ ਮਿਲਣਾ ਹੋਵੇ, ਜਿੱਥੇ ਸ਼ਬਦ ਦਾ ਲੰਗਰ ਖਾਣ ਦੀ ਗੱਲ ਆਉਂਦੀ ਹੈ, ਤੇ ਆਮ ਤੌਰ ਤੇ ਅਸੀਂ ਉਸ ਵਿਚਾਰਧਾਰਾ ਤੋਂ ਕੰਨੀ ਕਤਰਾਉਂਦੇ ਹਾਂ। ਕਿਉਂਕਿ ਸਾਡਾ ਦਿਮਾਗ ਜਿਹੜਾ ਉਹ ਅਸਲੀਅਤ ਤੌਰ ਤੇ ਦੂਜੇ ਜਿਹੜਾ ਆਮ ਸਰੀਰਕ ਖੁਰਾਕ ਦਾ ਲੰਗਰ ਹੈ ਉਸ ਤੱਕ ਸੀਮਿਤ ਰਹਿ ਗਿਆ। ਕਿਉਂਕਿ ਮੈਂ ਆਮ ਥਾਵਾਂ ਤੇ ਬੇਨਤੀ ਕੀਤੀ ਹੈ ਕਿ ਜਦੋਂ ਆਮ ਤੌਰ ਤੇ ਸਮਾਗਮ ਹੁੰਦਾ ਹੈ, ਲੰਗਰ ਵਰਤਾਇਆ ਜਾਂਦਾ ਹੈ, ਬਾਅਦ ਵਿੱਚ ਤੇ ਘਰਾਂ ਦੇ ਵਿੱਚੋਂ ਪਹਿਲਾਂ ਫੋਨ ਕਰਕੇ ਪੁੱਛਿਆ ਜਾਂਦਾ ਹੈ ਕਿ ਅੱਜ ਲੰਗਰ ਦੇ ਵਿੱਚ ਕੀ ਕੀ ਤਿਆਰ ਹੋਇਆ, ਕਿਉਂਕਿ ਇਹ ਸਾਡੇ ਦਿਮਾਗ ਦੀ ਸੋਚ ਬਣ ਗਈ। ਅਸੀਂ ਇੱਥੋਂ ਤੱਕ ਹੀ ਸੀਮਿਤ ਰਹਿ ਗਏ ਹਾਂ। ਯਾਨੀ ਸਾਡੀ ਜਿਹੜੀ ਆਤਮਿਕ ਜ਼ਰੂਰਤ ਹੈ ਉਹ ਸ਼ਬਦ ਲੰਗਰ ਹੈ, ਤੇ ਸਰੀਰਕ ਜ਼ਰੂਰਤ ਸਾਡੀ ਜਿਹੜੇ ਲੰਗਰ ਜਿਹੜਾ ਅਸੀਂ ਛਕਨੇ ਆ, ਪ੍ਰਸ਼ਾਦਾ ਛਕਨੇ, ਪਰ ਅਸੀਂ ਪ੍ਰਧਾਨਤਾ ਕਿਤੇ ਨਾ ਕਿਤੇ ਸਰੀਰਕ ਜ਼ਰੂਰਤ ਨੂੰ ਦੇ ਜਾ ਰਹੇ ਹਾਂ। ਉਹ ਉੱਥੋਂ ਤੱਕ ਹੀ ਅਸੀਂ ਰਹਿ ਗਏ ਹਾਂ। ਭੋਜਨ ਜਿਹੜਾ ਸਰੀਰਕ ਖੁਰਾਕ ਹੈ, ਉੱਥੋਂ ਤੱਕ ਸਾਡਾ ਦਾਇਰਾ ਜਿਹੜਾ ਉਹ ਸੀਮਿਤ ਰਹਿ ਗਿਆ। ਕਿਉਂਕਿ ਮੈਂ ਕਈ ਵਾਰ ਤੇ ਇੱਥੋਂ ਤੱਕ ਵੀ ਸੁਣਿਆ ਕਿ ਜਦੋਂ ਜੇ ਪਤਾ ਲੱਗ ਜੇ ਕਿ ਅੱਜ ਕਿਤੇ ਸਮਾਗਮ ਹੋ ਰਿਹਾ ਤੇ ਉੱਥੇ ਲੰਗਰ ਦੇ ਵਿੱਚ ਆਉਣ ਲਈ ਦਾਲ ਹੀ ਹੈ, ਦਾਲ ਤੇ ਪ੍ਰਸ਼ਾਦਾ, ਤੇ ਉਹ ਸੋਚ ਹੈ ਕਿ ਉੱਥੇ ਤੇ ਬਸ ਦਾਲ ਹੀ ਹੈ, ਉੱਥੇ ਜਾ ਕੇ ਕੀ ਕਰਨਾ। ਦਾਲ ਤੇ ਸਾਡੇ ਘਰ ਦੇ ਵਿੱਚ ਵੀ ਹੁੰਦੀ ਹੈ। ਜੇ ਉੱਥੇ ਵਧੀਆ ਪਕਵਾਨ, ਪਨੀਰ ਵਾਲੀ ਸਬਜ਼ੀ ਬਣੀ ਹੋਵੇ ਜਾਂ ਕਸਟਰਡ ਬਣਿਆ ਹੋਵੇ, ਜਲੇਬ ਹੋਣ, ਤੇ ਬੰਦਾ ਭੱਜ ਕੇ ਉਧਰ ਨੂੰ ਜਾਂਦਾ ਹੈ। ਕਿਉਂਕਿ ਇਹਦਾ ਮੀਨਿੰਗ ਅਸੀਂ ਗੁਰੂ ਨਾਲ ਨਹੀਂ ਜੁੜ ਰਹੇ, ਅਸੀਂ ਲੰਗਰ ਨਾਲ ਜੁੜ ਰਹੇ ਹਾਂ। ਅਸੀਂ ਲੰਗਰ ਨੂੰ ਜਿਹੜਾ ਇਹ ਵਧਾ ਚੜਾ ਕੇ ਆਪਣੇ ਦਿਮਾਗ ਦੇ ਵਿੱਚ ਉਸ ਸੋਚ ਨੂੰ ਅਪਣਾ ਲਿਆ। ਮੈਂ ਸਮਝਦਾ ਇਹ ਸਿੱਖ ਕੌਮ ਦੀ ਪੀੜ੍ਹੀ ਜਿਹੜੀ ਅਜੋਕੀ ਪੀੜ੍ਹੀ ਹੈ, ਇਹਦੇ ਲਈ ਖਤਰਨਾਕ ਸਾਬਤ ਹੋਏਗਾ, ਕਿਉਂਕਿ ਅਸੀਂ ਗੁਰੂ ਦੀ ਵਿਚਾਰ ਵਾਲਾ ਲੰਗਰ ਜਿਹੜਾ ਉਹ ਤੋਂ ਕੋਹਾਂ ਦੂਰ ਹੌਲੀ ਹੌਲੀ ਜਾ ਰਹੇ ਹਾਂ। ਅਸੀਂ ਇਸ ਵੱਲ ਫਿਰ ਆਵਾਂਗੇ, ਪਰ ਅਸੀਂ ਜੇਕਰ ਸਭ ਤੋਂ ਪਹਿਲਾਂ ਥੋੜਾ ਲੰਗਰ ਦੇ ਕਨਸੈਪਟ ਵੱਲ ਵੀ ਆ ਜਾਈਏ। ਕਿਸ ਸੋਚ ਨਾਲ ਸ਼ੁਰੂ ਕੀਤਾ ਗਿਆ ਸੀ, ਕੀ ਉਸਦੇ ਪਿੱਛੇ ਕਨਸੈਪਟ ਸੀ ਗੁਰੂ ਨਾਨਕ ਦੇਵ ਜੀ ਦਾ, ਜਿਹੜਾ ਵੀ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਸੀ, ਤੇ ਕੀ ਕਨਸੈਪਟ ਸੀ, ਸੋਚ ਕੀ ਹੈ ਲੰਗਰ ਦੇ ਪਿੱਛੇ? ਬਿਲਕੁਲ ਜੀ, ਜਿਹੜਾ ਇਹ ਲੰਗਰ ਦਾ ਲੰਗਰ ਜਾਂ ਪੰਗਤ ਦੀ ਗੱਲ ਆਉਂਦੀ ਹੈ ਕਿ ਸਤਿਗੁਰਾਂ ਨੇ ਜਦੋਂ ਇਹ ਰੀਤ ਤੋਰੀ, ਤੇ ਮੈਂ ਸਮਝਦਾ ਕਿ ਦੁਨੀਆ ਦੇ ਅੰਦਰ ਜੇ ਗੁਰੂ ਨਾਨਕ ਸਾਹਿਬ ਨੇ ਆਸਾ ਕੀ ਵਾਰ ਦੇ ਅੰਦਰ ਲਫ਼ਜ਼ ਵਰਤਿਆ ਕਿ ਦੇ ਲੰਮੀ ਨਜ਼ਰ ਨਿਹਾਲੀਏ, ਕਿ ਹਰ ਇੱਕ ਬੰਦੇ ਨੂੰ, ਹਰ ਇੱਕ ਇਨਸਾਨ ਨੂੰ ਲੰਮੀ ਸੋਚ ਰੱਖ ਕੇ ਚੱਲਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ। ਤੇ ਜਿਹੜੀ ਦੂਰ ਅੰਦੇਸ਼ੀ ਵਾਲੀ ਸੋਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਰਤੀ, ਉਹ ਬਾ ਕਮਾਲ ਸੀ, ਲਾਜਵਾਬ ਸੀ।
ਕਿਉਂਕਿ ਜਿਹੜੀ ਲੰਗਰ ਦੀ ਗੱਲ ਆਉਂਦੀ ਹੈ ਆਮ ਤੌਰ ਤੇ ਅਸੀਂ ਇੱਥੋਂ ਤੱਕ ਇਹ ਘਟਨਾ ਪੇਸ਼ ਕਰਦੇ ਹਾਂ, ਸਾਖੀ ਪੇਸ਼ ਕਰਦੇ ਹਾਂ ਕਿ ਸਤਿਗੁਰਾਂ ਨੇ ਝੂੜਕਾਣੇ ਦੀ ਮੰਡੀ ਨੂੰ ਜਾਂਦਿਆਂ ਲੰਗਰ ਲਾ ਦਿੱਤਾ ਤੇ ਪੈਸੇ ਖਰਚ ਕਰ ਦਿੱਤੇ ਸਾਰੇ। ਪਰ ਅਸਲ ਦੇ ਵਿੱਚ ਜੇ ਇਹਦੀ ਡੂੰਘਾਈ ਅੰਦਰ ਜਾਈਏ ਤੇ ਜਿਨ੍ਹਾਂ ਸਾਧੂਆਂ ਨੂੰ ਉਹਨਾਂ ਨੇ ਲੰਗਰ ਛਕਾਇਆ ਉਹ ਕੋਈ ਆਮ ਸਾਧੂ ਨਹੀਂ ਸਨ। ਗੁਰਦੇਵ ਪਾਤਸ਼ਾਹ ਜੀ ਨਾਲ ਬਕਾਇਦਾ ਉਹਨਾਂ ਦੀ ਵਿਚਾਰ ਚਰਚਾ ਹੁੰਦੀ ਹੈ, ਉੱਥੇ ਹੋਰ ਵੀ ਲੋਕ ਇਕੱਤਰ ਹੋ ਜਾਂਦੇ ਨੇ, ਕਿਉਂਕਿ ਜਦੋਂ ਵਿਚਾਰ ਚਰਚਾ ਚੱਲਦੀ ਹੈ ਤਾਂ ਗੁਰਦੇਵ ਪਾਤਸ਼ਾਹ ਜੀ ਨੇ ਉੱਥੇ ਅਲਫਾਜ਼ ਜਿਹੜੇ ਵਰਤੇ ਨੇ, ਸਤਿਗੁਰੂ ਕਹਿੰਦੇ ਜੋਗੀਓ, ਹੇ ਸਾਧੂਓ, ਤੁਸੀਂ ਆਪਣਾ ਘਰ-ਬਾਰ ਤਿਆਗ ਦਿੱਤਾ, ਪਹਾੜਾਂ ਦੀਆਂ ਚੋਟੀਆਂ ਤੇ ਜਾ ਕੇ ਬਹਿ ਗਏ, ਆਪਣੇ ਪਰਿਵਾਰ ਛੱਡ ਦਿੱਤੇ, ਗ੍ਰਸਤ ਜੀਵਨ ਛੱਡ ਦਿੱਤਾ, ਗ੍ਰਸਤ ਨੂੰ ਤੁਸੀਂ ਪ੍ਰਧਾਨਤਾ ਨਹੀਂ ਦਿੱਤੀ ਤੇ ਗ੍ਰਸਤ ਨੂੰ ਤਿਆਗ ਕੇ ਤੁਸੀਂ ਕਿਹਾ ਕਿ ਸਾਨੂੰ ਰੱਬ ਦੀ ਪ੍ਰਾਪਤੀ ਹੋਏਗੀ। ਇਸ ਤਰ੍ਹਾਂ ਕੁਝ ਨਹੀਂ ਹੋਏਗਾ, ਦੁਨੀਆ ਦੇ ਅੰਦਰ ਵਿਚਰੋ। ਕਹਿੰਦੇ ਸਤਿਗੁਰੂ ਜੀ ਕਿਵੇਂ ਰੱਬ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ? ਤਾਂ ਗੁਰਦੇਵ ਪਾਤਸ਼ਾਹ ਜੀ ਨੇ ਉੱਥੇ ਅਲਫਾਜ਼ ਜਿਹੜੇ ਸ਼ਬਦ ਉਹਨਾਂ ਦੇ ਸਾਹਮਣੇ ਵਰਤੇ। ਸਤਿਗੁਰੂ ਕਹਿੰਦੇ ਤੁਸੀਂ ਆਪਣੇ ਪਰਿਵਾਰ ਨੂੰ ਛੱਡ ਕੇ ਤਿਆਗ ਕੇ ਤੇ ਦੂਜਿਆਂ ਦੇ ਘਰ ਜਾ ਕੇ ਫਿਰ ਮੰਗਦੇ ਹੋ, ਪਰਿਵਾਰਾਂ ਦੇ ਕੋਲ ਜਾ ਕੇ ਫਿਰ ਮੰਗਦੇ ਹੋ ਖਾਣਾ ਖਾਣ ਦੇ ਲਈ। ਹੋਏ ਅਤੀਤ ਗ੍ਰਸਤ ਤਜ, ਫਿਰ ਉਨਹੋਂ ਕੇ ਘਰ ਮੰਗਣ ਜਾਈ, ਫਿਰ ਉਹਨਾਂ ਦੇ ਘਰ ਜਾ ਕੇ ਮੰਗਦੇ ਹੋ। ਇਸ ਕਰਕੇ ਜਿਹੜੀ ਵਿਚਾਰ ਹੈ, ਸਿਧਾਂਤ ਹੈ, ਦੁਨੀਆ ਨੂੰ ਸੱਚ ਦੀ ਲੋੜ ਹੈ, ਸੱਚ ਦੀ ਸਿਧਾਂਤ ਦੀ ਲੋੜ ਹੈ। ਇਸ ਕਰਕੇ ਦੁਨੀਆ ਦੇ ਅੰਦਰ ਵਿਚਰੋ। ਤੇ ਜਿਹੜੀ ਬਕਾਇਦਾ ਉਹਨਾਂ ਦੇ ਨਾਲ ਵਿਚਾਰ ਚਰਚਾ ਹੋਈ ਧੰਨ ਗੁਰੂ ਨਾਨਕ ਸਾਹਿਬ ਦੀ, ਉਹਨਾਂ ਸਾਧੂਆਂ ਨੇ ਆਪਣਾ ਸਾਧੂਪੁਣਾ, ਅਖੌਤੀ ਸਾਧੂਪੁਣਾ ਛੱਡ ਕੇ ਧੰਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਅਪਣਾ ਕੇ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਦੇ ਲਈ ਆਪਣਾ ਯੋਗਦਾਨ ਪਾਇਆ। ਤੇ ਸਤਿਗੁਰਾਂ ਨੇ ਬੜੀ ਪਲੈਨਿੰਗ ਦੇ ਨਾਲ ਉਹਨਾਂ ਨੂੰ ਵੱਖ-ਵੱਖ ਜਗ੍ਹਾ ਤੇ ਭੇਜਿਆ। ਇਹ ਸਭ ਕਰਨ ਤੋਂ ਬਾਅਦ, ਸਾਰੀ ਵਿਚਾਰ ਚਰਚਾ ਹੋਣ ਤੋਂ ਬਾਅਦ ਜਿਹੜਾ ਸਤਿਗੁਰਾਂ ਨੇ ਲੰਗਰ ਲਗਾਇਆ ਉੱਥੇ, ਉਹ ਇੱਕ ਸੰਕੇਤ ਸੀ, ਇਸ ਗੱਲ ਦਾ ਪ੍ਰਤੀਕ ਸੀ ਕਿ ਜਦੋਂ ਵੀ ਕੋਈ ਵਿਚਾਰ ਚਰਚਾ ਵਿੱਚ ਸ਼ਾਮਲ ਹੁੰਦਾ ਹੈ, ਸਤਿਗੁਰ ਦੀ ਮੱਤ ਲੈਣ ਆਉਂਦਾ ਹੈ, ਦੂਰੋਂ ਨੇੜਿਓਂ ਚੱਲ ਕੇ ਆਉਂਦਾ ਹੈ, ਤੇ ਲੰਗਰ ਜਿਹੜਾ ਹੈ ਇਹ ਸਰੀਰ ਦੀ ਖੁਰਾਕ ਹੈ, ਇਸ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ। ਜੇ ਸਰੀਰ ਦੀ ਖੁਰਾਕ ਨਾ ਮਿਲੇ ਤੇ ਜਿਹੜੀ ਗੁਰੂ ਦੇ ਲੰਗਰ ਦੀ ਖੁਰਾਕ ਹੈ, ਗੁਰਮਤ ਦੀ ਖੁਰਾਕ ਹੈ, ਬਾਣੀ ਦੀ ਖੁਰਾਕ ਹੈ, ਉਹ ਕਦੀ ਵੀ ਬੰਦਾ ਆਪਣੀ ਜ਼ਿੰਦਗੀ ਵਿੱਚ ਅਪਣਾ ਨਹੀਂ ਸਕਦਾ। ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਤੀਜੇ ਪਾਤਸ਼ਾਹ ਸ਼੍ਰੀ ਅਮਰਦਾਸ ਜੀ ਦੀ ਗੱਲ ਕਰੀਏ ਜਾਂ ਅੱਗੇ ਗੁਰੂ ਅੰਗਦ, ਜਿਸ ਤਰ੍ਹਾਂ ਤੁਸੀਂ ਦੱਸਿਆ ਗੁਰੂ ਅੰਗਦ ਦੇਵ ਜੀ ਨੇ ਪ੍ਰਚਾਰ ਕੀਤਾ, ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਵਕਤ ਲੰਗਰ ਦੀ ਜੀ ਰੀਤ ਉਹਨੂੰ ਕਾਇਮ ਰੱਖਿਆ। ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਗੁਰੂ ਅਮਰਦਾਸ ਜੀ ਦੇ ਵਕਤ ਕਈ ਇਸ ਤਰ੍ਹਾਂ ਦੇ ਲੋਕ ਉਭਰੇ ਜਿਹੜੇ ਆਪਣੀ ਅਖੌਤੀ ਜਾਤ ਦੇ ਮਾਣ ਕਰਕੇ ਲੰਗਰ ਵਿੱਚ ਬਹਿਣਾ ਪਸੰਦ ਨਹੀਂ ਕਰਦੇ ਸੀ ਜਾਂ ਕਹਿੰਦੇ ਸੀ। ਤੇ ਇਸ ਲਈ ਕਹਿ ਸਕਦੇ ਹਾਂ ਕਿ ਕਨਸੈਪਟ ਸ਼ੁਰੂ ਕੀਤਾ ਗਿਆ ਪਹਿਲੇ ਪੰਗਤ ਪਾਛੇ ਸੰਗਤ ਵਾਲਾ ਜਿਹੜਾ ਕਨਸੈਪਟ ਹੈ। ਹਾਂਜੀ ਬਿਲਕੁਲ ਜੀ, ਜਿਹੜਾ ਇਹ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਆਉਂਦੀ ਹੈ ਜਦੋਂ, ਤੇ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਦੇ ਵਿੱਚੋਂ ਜਿਹੜੀ ਇੱਕ ਸਾਖੀ ਬੜੀ ਪਿਆਰੀ ਮਿਲਦੀ ਹੈ। ਕਿਉਂਕਿ ਜਿਹੜਾ ਵੀ ਉੱਥੇ ਆਉਂਦਾ ਸੀ ਕਦੀ-ਕਦੀ, ਕਿਉਂਕਿ ਉੱਤੋਂ ਬਾਣੀ ਦੀ ਵਿਚਾਰ ਸੁਣਨ ਜਾਂ ਗੁਰੂ ਸਾਹਿਬ ਨੂੰ ਮਿਲਣ ਦਾ ਆਉਂਦਾ ਸੀ, ਪਰ ਕਿਤੇ ਨਾ ਕਿਤੇ ਉਹ ਜਾਤ ਵਾਲਾ ਹੰਕਾਰ ਜਿਹੜੀ ਸੀ, ਉਹ ਕਿਨਕਾ ਜਿਹੜਾ ਅਜੇ ਵੀ ਮਨ 'ਚ ਅਟਕਿਆ ਹੋਇਆ ਸੀ ਕਿ ਮੈਂ ਇੱਥੇ ਸ਼ੂਦਰ ਵੀ ਬਹਿ ਕੇ ਪ੍ਰਸ਼ਾਦਾ ਛਕ ਰਿਹਾ, ਮੈਂ ਇਹਦੇ ਨਾਲ ਬਹਿ ਕੇ ਪ੍ਰਸ਼ਾਦਾ ਨਹੀਂ ਛਕਾਂਗਾ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਇਹ ਬਚਨ ਜਿਹੜਾ ਸੀ ਕਿ ਪਹਿਲਾਂ ਪੰਗਤ ਪਾਛੇ ਸੰਗਤ, ਇਹ ਪੂਰੀ ਤਰ੍ਹਾਂ ਉਹਨਾਂ ਤੇ ਲਾਗੂ ਕਰ ਦਿੱਤਾ ਕਿ ਅੱਜ ਤੋਂ ਸਾਨੂੰ ਉਹੀ ਮਿਲੇਗਾ ਜਿਹੜਾ ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ। ਪ੍ਰਸ਼ਾਦਾ ਛਕ ਕੇ ਤੇ ਫਿਰ ਸਾਡੀ ਇਹ ਗੁਰਬਾਣੀ ਦੀ ਵਿਚਾਰ ਸਮਾਗਮ ਵਿੱਚ ਆ ਕੇ ਬੈਠੇਗਾ ਤੇ ਗੁਰੂ ਦੀ ਮੱਤ ਲਏਗਾ ਜੀ। ਉੱਥੇ ਹੀ ਸਤਿਗੁਰਾਂ ਨੇ ਇਹ ਇੱਕ ਬਹੁਤ ਵੱਡੀ ਚੋਟ ਸੀ ਕਿ ਜਿਹੜੇ ਆਪਣੇ ਆਪ ਨੂੰ ਜਾਤ ਪਾਤ ਦੇ ਅੰਦਰ, ਦਾਇਰੇ ਅੰਦਰ ਰਹਿ ਕੇ ਤੇ ਬਹੁਤ ਉੱਚਾ ਸਮਝਦੇ ਸਨ, ਬਹੁਤ ਵੱਡਾ ਸਮਝਦੇ ਸਨ, ਸਤਿਗੁਰਾਂ ਨੇ ਉਹਨਾਂ ਦੇ ਉੱਪਰ ਚੋਟ ਮਾਰੀ। ਤੇ ਸਭ ਤੋਂ ਵੱਡੀ ਚੋਟ ਉਦੋਂ ਵੱਜੀ ਜਦੋਂ ਅਕਬਰ ਦੇ ਕੋਲ ਸ਼ਿਕਾਇਤਾਂ ਲਾਉਣ ਵਾਲੇ ਲੋਕ ਉੱਥੋਂ ਗੋਇੰਦੇ ਮਰਵਾਏ ਦੇ ਪੁੱਤਰ ਜਾਂ ਹਰੀ ਰਾਮ ਤਪੇ ਵਰਗੇ ਜਾਂ ਕੁਝ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਜਾਤ ਦਾ ਹੰਕਾਰ ਕਰਨ ਵਾਲੇ ਸਨ, ਜਿਨ੍ਹਾਂ ਦੀ ਵਿਚਾਰਧਾਰਾ ਦੇ ਉੱਪਰ ਬਹੁਤ ਵੱਡੀ ਚੋਟ ਵੱਜੀ ਸੀ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ ਵਾਲੀ ਵਿਚਾਰ ਸਤਿਗੁਰਾਂ ਨੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ। ਤੇ ਉਹਨਾਂ ਨੇ ਸਰਕਾਰੀ ਦਰਬਾਰੇ ਬੜੀਆਂ ਸ਼ਿਕਾਇਤਾਂ ਲਾਈਆਂ ਜੀ। ਸ਼ਿਕਾਇਤਾਂ ਲਾਉਣ ਤੋਂ ਬਾਅਦ ਸਾਰੀ ਇਨਕੁਆਇਰੀ ਹੁੰਦੀ ਹੈ ਤੇ ਇਨਕੁਆਇਰੀ ਤੋਂ ਬਾਅਦ ਜਦੋਂ ਬਾਦਸ਼ਾਹ ਅਕਬਰ ਦਾ ਵਿਚਾਰ ਉੱਥੇ ਪੇਸ਼ ਹੁੰਦਾ ਹੈ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜਿਹੜੇ ਉਸ ਟਾਈਮ ਭਾਈ ਜੇਠਾ ਜੀ ਸਨ ਜੀ, ਉਹ ਜਾ ਕੇ ਉੱਥੇ ਰਾਜਾ ਅਕਬਰ ਦੇ ਦਰਬਾਰ ਦੇ ਵਿੱਚ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨੇ। ਤੇ ਰਾਜਾ ਅਕਬਰ ਇੰਨਾ ਪ੍ਰਭਾਵਿਤ ਹੁੰਦਾ ਹੈ, ਉਹ ਗੋਇੰਦਵਾਲ ਆਪ ਆਉਂਦਾ ਹੈ ਤੇ ਗੋਇੰਦਵਾਲ ਆਪ ਆ ਕੇ ਪੰਗਤ ਵਿੱਚ ਬੈਠ ਕੇ, ਜਿੱਥੇ ਸ਼ੂਦਰ ਵੀ ਬਹਿ ਕੇ ਛਕ ਰਿਹਾ, ਸਾਰੇ ਨੀਵੀਂ ਉੱਚੀ ਜਾਤੀ ਦਾ ਬੈਠ ਕੇ ਛਕ ਰਿਹਾ, ਉਹਨਾਂ ਦੇ ਵਿੱਚ ਬੈਠ ਕੇ ਆਪ
ਉੱਥੇ ਪ੍ਰਸ਼ਾਦਾ ਛਕਦਾ ਹੈ ਤੇ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਦਾ। ਇਹ ਇੱਕ ਬਹੁਤ ਵੱਡੀ ਚੋਟ ਸੀ ਜਿਹੜੀ ਜਾਤ ਅਭਿਮਾਨੀਆਂ ਦੇ ਉੱਪਰ, ਤੇ ਸਤਿਗੁਰਾਂ ਨੇ ਇਹ ਵਿਚਾਰ ਜਿਹੜੀ ਧਾਰਾ ਸੀ ਜਾਤ ਪਾਤ ਦੀ, ਇਹਨੂੰ ਖਤਮ ਇੱਕ ਮੂਲ ਤੋਂ ਹੀ ਕਰ ਦਿੱਤਾ। ਜੀ ਅਸੀਂ ਦੇਖਦੇ ਹਾਂ ਕਿ ਜਿਹੜੀ ਸਮਾਜਿਕ ਬਰਾਬਰਤਾ ਦੀ ਜਿਹੜੀ ਗੱਲ ਹੈ ਉਹ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਹੋਰ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿੱਚ ਕੀਤੀ, ਤੇ ਇਸ ਲੰਗਰ ਨੂੰ ਇੱਕ ਹਥਿਆਰ ਵਜੋਂ ਵੀ ਇਸਤੇਮਾਲ ਕੀਤਾ ਉਸ ਜਾਤ ਪਾਤ ਦੇ ਹੰਕਾਰ ਤੇ ਚੋਟ ਕਰਨ ਵਾਸਤੇ, ਜਿਸ ਨੇ ਸਮਾਜ ਵਿੱਚ ਏਕਤਾ ਦੇ ਭਾਵ ਨੂੰ ਖਤਮ ਹੀ ਕਰਕੇ ਰੱਖ ਦਿੱਤਾ ਸੀ। ਤੇ ਇਹੀ ਇਸ ਲੰਗਰ ਦੀ ਖਾਸ ਗੱਲ ਹੈ ਕਿ ਜਿਸ ਤਰ੍ਹਾਂ ਅਸੀਂ ਜਦ ਵੀ ਲੰਗਰ ਛਕਨੇ ਹਾਂ ਅਸੀਂ ਇਹ ਨਹੀਂ ਸੋਚਦੇ ਸਾਡੇ ਨਾਲ ਕੌਣ ਬੈਠਾ ਹੈ ਜਾਂ ਸਾਨੂੰ ਪ੍ਰਸ਼ਾਦਾ ਕੌਣ ਛਕਾ ਰਿਹਾ ਹੈ ਜਾਂ ਲੰਗਰ ਕਿਸਨੇ ਬਣਾਇਆ ਹੈ। ਜੇਕਰ ਅਸੀਂ ਇਹ ਸਾਰੀਆਂ ਗੱਲਾਂ ਸਾਡੇ ਦਿਮਾਗ ਵਿੱਚ ਨਹੀਂ ਰਹਿੰਦੀਆਂ ਤਦ ਅਸੀਂ ਇੱਕ ਸਾਡੇ ਮਨ ਵਿੱਚ ਵੀ ਇੱਕ ਏਕਤਾ ਦਾ ਭਾਵ ਆਉਂਦਾ ਹੈ, ਅਸੀਂ ਵੀ ਹਰ ਵਿਤਕਰੇ ਤੋਂ ਆਪਣੇ ਮਨ ਨੂੰ ਖੁਦ ਨੂੰ ਦੂਰ ਕਰ ਲੈਂਦੇ ਹਾਂ। ਤੇ ਅਸੀਂ ਗੁਰੂ ਅਮਰਦਾਸ ਜੀ ਦੇ ਵਕਤ ਦੀ ਗੱਲ ਕੀਤੀ, ਤੁਸੀਂ ਅਕਬਰ ਦੀ ਗੱਲ ਕੀਤੀ, ਤੇ ਇਹ ਵੀ ਇੱਥੇ ਗੱਲ ਆ ਜਾਂਦੀ ਹੈ ਕਿ ਅਕਬਰ ਨੇ ਜਾਗੀਰ ਦੇਣ ਦੀ ਗੱਲ ਕਹੀ, ਪਰ ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਲੰਗਰ ਸੰਗਤ ਚਲਾਉਂਦੀ ਹੈ। ਬਿਲਕੁਲ ਬਿਲਕੁਲ, ਯਾਨੀ ਲੰਗਰ ਤੇ ਦਸਵੰਧ ਨੂੰ ਵੀ ਜੋੜਿਆ ਗਿਆ। ਬਿਲਕੁਲ ਬਿਲਕੁਲ, ਇਹ ਮਤਲਬ ਇੱਕ ਬਹੁਤ ਵੱਡੀ ਸਤਿਗੁਰਾਂ ਦੀ ਦੂਰ ਅੰਦੇਸ਼ੀ ਸੀ ਕਿ ਜਦੋਂ ਲੰਗਰ ਜਿਹੜਾ ਹੈ ਇਹ ਦਸਵੰਧ ਦੇ ਨਾਲ ਚੱਲਦਾ ਹੈ, ਜਗੀਰ ਦਿੱਤੀ ਹੁੰਦੀ ਤੇ ਅਕਬਰ ਰਾਜੇ ਦਾ ਕਬਜ਼ਾ ਹੋ ਜਾਂਦਾ ਲੰਗਰ ਤੇ, ਤੇ ਲੋਕਾਂ ਦੇ ਵਿੱਚ ਇਹ ਜਿਹੜੀ ਸੋਚ ਪ੍ਰਚਲਿਤ ਹੋ ਜਾਂਦੀ ਕਿ ਇਹ ਅਕਬਰ ਰਾਜੇ ਦਾ ਚਲਾਇਆ ਹੋਇਆ ਲੰਗਰ ਹੈ, ਇਹ ਗੁਰੂ ਦਾ ਲੰਗਰ ਨਹੀਂ ਹੈ। ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਨੇ ਉਹ ਜਗੀਰ ਜਿਹੜੀ ਸੀ ਲੈਣ ਤੋਂ ਮਨਾ ਕਰ ਦਿੱਤਾ, ਤੇ ਉਹ ਉੱਥੇ ਸਤਿਗੁਰਾਂ ਨੇ ਕਿਹਾ ਕਿ ਇਹ ਜਿਹੜਾ ਲੰਗਰ ਹੈ ਇਹ ਲੋਕਾਂ ਦੀ ਦਸਵੰਧ ਦੇ ਨਾਲ, ਲੋਕਾਂ ਦੇ ਪੈਸੇ ਨਾਲ, ਲੋਕਾਂ ਦੇ ਦਿੱਤੇ ਹੋਏ ਟਕੇ ਨਾਲ ਇਹ ਲੰਗਰ ਚੱਲਦਾ ਹੈ, ਤੇ ਇਸ ਕਰਕੇ ਅਸੀਂ ਤੁਹਾਡੀ ਜਗੀਰ ਨਹੀਂ ਲੈ ਸਕਦੇ, ਕਿਉਂਕਿ ਇਹ ਲੰਗਰ ਸਾਡਾ ਨਹੀਂ, ਇਹ ਸੰਗਤ ਦਾ ਹੀ ਲੰਗਰ ਹੈ, ਇਹ ਗੁਰੂ ਦਾ ਹੀ ਲੰਗਰ ਹੈ, ਅਕਾਲ ਪੁਰਖ ਦਾ ਆਪ ਦਾ ਲੰਗਰ ਹੈ, ਤੇ ਅਸੀਂ ਜਗੀਰ ਲੈ ਕੇ ਉਸ ਵਿਚਾਰਧਾਰਾ ਦੇ ਉੱਪਰ ਕੋਈ ਕਰਮਕਾਂਡੀ ਚੋਟ ਨਹੀਂ ਮਾਰ ਸਕਦੇ ਜੀ। ਤੇ ਉਹ ਉੱਥੇ ਸਤਿਗੁਰਾਂ ਨੇ ਜਿਹੜਾ ਜਗੀਰ ਲੈਣ ਤੋਂ ਮਨਾ ਕਰ ਦਿੱਤਾ ਲੰਗਰ ਦੀ। ਤੇ ਆਮ ਤੌਰ ਤੇ ਜਦੋਂ ਗੱਲ ਹੁੰਦੀ ਹੈ ਕਿ ਪੰਗਤ ਦੀ ਗੱਲ ਆਉਂਦੀ ਹੈ, ਲੰਗਰ ਦੀ ਗੱਲ ਆਉਂਦੀ ਹੈ, ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਬਹੁਤ ਵੱਡੀ ਚੋਟ ਜਿਹੜੀ ਸੀ ਸਤਿਗੁਰਾਂ ਨੇ ਜਾਤ ਅਭਿਮਾਨੀਆਂ ਦੇ ਉੱਪਰ ਮਾਰੀ। ਹੁਣ ਲੰਗਰ ਤੇ ਆਮ ਤਰੀਕੇ ਨਾਲ ਵੀ ਛਕਿਆ ਜਾਂਦਾ ਹੈ, ਬੈਠ ਕੇ ਟੇਬਲ ਦੇ ਉੱਪਰ, ਜਾਂ ਇਕੱਲਾ ਬੰਦਾ ਬੈਠ ਕੇ ਉੱਚੀ ਨੀਵੀਂ ਥਾਂ ਦੇ ਉੱਪਰ ਵੀ ਲੰਗਰ ਛਕ ਸਕਦਾ ਹੈ। ਹੁਣ ਗੁਰਦੇਵ ਪਾਤਸ਼ਾਹ ਜੀ ਨੇ ਜਿਹੜਾ ਪੰਗਤ ਦਾ ਸਿਸਟਮ ਜਿਹੜਾ ਲਾਗੂ ਕੀਤਾ, ਇਹ ਮੈਂ ਸਮਝਦਾ ਕਿ ਬਹੁਤ ਵੱਡੀ ਬਾ ਕਮਾਲ ਇੱਕ ਤਰੀਕਾ ਸੀ। ਇੱਕ ਤਾਂ ਤੁਸੀਂ ਵੇਖੋ ਕਿ ਜਦੋਂ ਕਤਾਰ ਦੇ ਵਿੱਚ ਲੋਕ ਬੈਠੇ ਹੋਣਗੇ, ਆਮ ਬੰਦੇ ਬੈਠੇ ਹੋਣਗੇ, ਤੇ ਜਿਹੜਾ ਪ੍ਰਸ਼ਾਦਾ ਵਰਤਾਉਣਾ ਹੈ, ਦਾਲ ਸਬਜ਼ੀਆਂ ਵਰਤਾਉਣੀਆਂ ਨੇ, ਬੜੇ ਸੌਖੇ ਤਰੀਕੇ ਦੇ ਨਾਲ ਵਰਤਾਇਆ ਜਾ ਸਕਦਾ ਹੈ। ਦੂਜੇ ਨੰਬਰ ਤੇ ਇਹ ਹੈ ਕਿ ਆਮ ਕਤਾਰ ਦੇ ਵਿੱਚ ਬੈਠ ਕੇ, ਇੱਕ ਸ਼੍ਰੇਣੀ ਦੇ ਵਿੱਚ ਬੈਠ ਕੇ, ਉੱਚਾ ਤੇ ਨੀਵਾਂ ਜਿਹੜਾ ਹੈ ਉਹ ਬਰਾਬਰ ਦਾ ਹੱਕ ਰੱਖਦਾ ਹੈ। ਕੋਈ ਵੀ ਉੱਥੇ ਉੱਚਾ ਨਹੀਂ ਹੈ, ਕੋਈ ਵੀ ਉੱਥੇ ਨੀਵਾਂ ਨਹੀਂ ਹੈ, ਭਾਵੇਂ ਕਿ ਅੱਜ ਅਜੋਕੇ ਸਮੇਂ ਦੇ ਅੰਦਰ ਇਸ ਵਿਚਾਰਧਾਰਾ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਹੈ। ਇਹ ਜਿਹੜੀ ਵਿਚਾਰਧਾਰਾ ਇਸ ਨੂੰ ਖਤਮ ਕਰਕੇ ਪਰੇ ਰੱਖਿਆ ਜਾ ਰਿਹਾ, ਤੇ ਆਪ ਆਪਣੇ ਲੰਗਰ ਜਿਹੜੇ ਨੇ ਉਹਨਾਂ ਦਾ ਸਿਸਟਮ ਜਿਹੜਾ ਆਪਣੇ ਮੁਤਾਬਕ ਚਲਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਮੈਂ ਸਮਝਦਾ ਕਿ ਜੇ ਗੁਰੂ ਸਾਹਿਬ ਨੇ ਉਹ ਨਿਰੋਲ ਵਿਚਾਰ, ਉਹ ਨਿਰੋਲ ਸਿਧਾਂਤ, ਉਹ ਨਿਆਰਾਪਨ ਸਾਨੂੰ ਦਿੱਤਾ ਹੈ, ਤੇ ਕਿਤੇ ਨਾ ਕਿਤੇ ਅਸੀਂ ਉਹਨੂੰ ਗਵਾ ਰਹੇ ਹਾਂ, ਤੇ ਉਹਨੂੰ ਗਵਾਉਣ ਤੋਂ ਬਾਅਦ ਅਸੀਂ ਪਛਤਾਵਾ ਪੱਲੇ ਪਾ ਕੇ ਹੀ ਉਸ ਵਿਚਾਰ ਤੋਂ ਕੁਝ ਸਿੱਖ ਪ੍ਰਾਪਤ ਕਰ ਸਕਦੇ ਹਾਂ। ਤੇ ਮੈਂ ਸਮਝਦਾ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਉਸ ਵਿਚਾਰ ਨੂੰ ਅਸੀਂ ਸੰਭਾਲਣ ਦਾ ਯਤਨ ਕਰੀਏ, ਜੋ ਸਾਡਾ ਵਿਰਸਾ ਹੈ, ਜੋ ਸਾਡਾ ਸੱਭਿਆਚਾਰ ਹੈ, ਉਹਨੂੰ ਅਸੀਂ ਸੰਭਾਲ ਲਈਏ, ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਹ ਬੀਬੀਆਂ ਜਿਹੜੀਆਂ ਨੇ ਉਹ ਲੰਗਰ ਦੇ ਵਿੱਚ ਨਹੀਂ ਵੜ ਸਕਦੀਆਂ, ਕਿਉਂਕਿ ਆਮ ਤੌਰ ਤੇ ਇਹ ਵਿਚਾਰ ਜਿਹੜੀ ਆਉਂਦੀ ਨੇ, ਮੈਂ ਆਪ ਆਪਣੇ ਅੱਖੀਂ ਇਹਨਾਂ ਵਿਚਾਰਾਂ ਨੂੰ ਵੇਖਿਆ। ਸਿੱਖ ਧਰਮ ਦੇ ਅੰਦਰ ਕਈ ਡੇਰੇਦਾਰ ਨੇ ਜਿਹੜੇ, ਉਹਨਾਂ ਦੇ ਡੇਰਿਆਂ ਦੇ ਵਿੱਚ ਬੀਬੀਆਂ ਨੂੰ ਆਮ ਤੌਰ ਤੇ ਪ੍ਰਸ਼ਾਦਾ ਨਹੀਂ ਪਕਾਉਣ ਦਿੱਤਾ ਜਾਂਦਾ, ਤੇ ਨਾ ਹੀ ਲੰਗਰ ਹਾਲ ਦੇ ਵਿੱਚ ਬਹਿਣ ਦਿੱਤਾ ਜਾਂਦਾ ਹੈ। ਉਹਨਾਂ ਦੀਆਂ ਪੰਗਤਾਂ ਅੱਡ ਕਰ ਦਿੱਤੀਆਂ ਗਈਆਂ ਨੇ, ਤੇ ਕਈ ਡੇਰਿਆਂ ਦੇ ਵਿੱਚ ਇੱਥੋਂ ਤੱਕ ਹੋ ਗਿਆ ਹੈ ਕਿ ਜਿਹੜੇ ਨੀਵੀਂ ਜਾਤੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੀਆਂ ਪੰਗਤਾਂ ਲੰਗਰ ਹਾਲ ਤੋਂ ਬਾਹਰ ਲੱਗਣ, ਇੱਕ ਪਾਸੇ ਲੱਗਣ। ਜਿਹੜੀਆਂ ਉੱਚੀ ਜਾਤੀ ਨਾਲ ਸੰਬੰਧ ਰੱਖਦੀਆਂ ਸ਼੍ਰੇਣੀਆਂ ਨੇ ਉਹਨਾਂ ਦੀਆਂ ਪੰਗਤਾਂ ਅੱਡ ਲੱਗਣ, ਬੀਬੀਆਂ ਦੀਆਂ ਪੰਗਤਾਂ ਅੱਡ ਲੱਗਣ। ਕਿਉਂਕਿ ਇਹਨਾਂ ਡੇਰਿਆਂ ਦੇ ਮੈਨੂੰ ਨਾਮ ਵੀ ਪਤਾ, ਪਰ ਮੈਂ ਸਾਰੇ ਸੰਸਾਰ ਦੀ ਗੱਲ ਕਰ ਰਿਹਾ ਜਿੱਥੇ ਵੀ ਸਿੱਖ ਕੌਮ ਵੱਸਦੀ ਹੈ। ਇਹ ਸਵੈ ਪੜਚੋਲ ਆਪਾਂ ਕਰਨੀ ਹੈ, ਕਿਤੇ ਸਾਡੇ ਇਲਾਕੇ ਦੇ ਵਿੱਚ, ਸਾਡੇ
ਗੁਰਦੁਆਰੇ ਦੇ ਵਿੱਚ ਸਾਡੇ ਏਰੀਏ ਦੇ ਵਿੱਚ ਇਹ ਕਰਮਕਾਂਡ ਤਾਂ ਨਹੀਂ ਹੋ ਰਿਹਾ ਪਰ ਜਿਸ ਤਰ੍ਹਾਂ ਸਿੱਖਾਂ ਵਿੱਚ ਸਿੱਖ ਧਰਮ ਵਿੱਚ ਜਾਂ ਗੱਲ ਕਰੀਏ ਇਹ ਤਾਂ ਹਮੇਸ਼ਾ ਬਰਾਬਰਤਾ ਦਾ ਇੱਕ ਕਨਸੈਪਟ ਜਿਹੜਾ ਹੈ ਉਸ ਲੰਗਰ ਦਾ ਹੀ ਲੰਗਰ ਇੱਕ ਪ੍ਰਚਾਰ ਮਾਧਿਅਮ ਹੈ ਅਸੀਂ ਇੱਕ ਮੀਡੀਅਮ ਹੈ ਜਿਸ ਦੇ ਜ਼ਰੀਏ ਅਸੀਂ ਜਿਹੜੀ ਸਮਾਜਿਕ ਬਰਾਬਰਤਾ ਦੀ ਹਮੇਸ਼ਾ ਗੁਰੂ ਸਾਹਿਬ ਨੇ ਵੀ ਗੱਲ ਕੀਤੀ ਹੈ ਤੇ ਸਿੱਖ ਵੀ ਅੱਜ ਦਾ ਇਹੀ ਆਪਣਾ ਫਰਜ਼ ਨਿਭਾ ਸਕਦਾ ਹੈ ਜਦ ਉਹ ਲੰਗਰ ਦੇ ਜ਼ਰੀਏ ਸਮਾਜਿਕ ਬਰਾਬਰਤਾ ਦੀ ਗੱਲ ਕਰੀਏ ਤੇ ਜਿਹੜਾ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਲੰਗਰ ਦੇ ਜ਼ਰੀਏ ਦਿੱਤਾ ਹੋਇਆ ਉਸ ਤੋਂ ਕਿਤੇ ਅਸੀਂ ਪਿੱਛੇ ਮੁਨਕਰ ਨਾ ਹੋਈਏ ਤੇ ਸਮਾਜਿਕ ਬਰਾਬਰਤਾ ਦੇ ਨਾਲ ਇੱਕ ਗੱਲ ਇੱਥੇ ਹੋਰ ਵੀ ਆਉਂਦੀ ਹੈ ਕਿ ਅੱਜ ਲੰਗਰ ਦਾ ਸਰੂਪ ਹੋਰ ਪੱਖੋਂ ਵੀ ਬਦਲਦਾ ਜਾ ਰਿਹਾ ਹੈ। ਜੇਕਰ ਅਸੀਂ ਗੱਲ ਕਰਨੇ ਹਾਂ ਕਿ ਲੰਗਰ ਵਿੱਚ ਕਈ ਵਾਰ ਜਿਹੜੇ ਅੰਨ ਦੀ ਬਰਬਾਦੀ ਵੀ ਹੋ ਜਾਂਦੀ ਹੈ। ਅਸੀਂ ਦੇਖਨੇ ਹਾਂ ਕਿ ਕਈ ਵਾਰ ਨਗਰ ਕੀਰਤਨ ਸਜਾਏ ਜਾਂਦੇ ਨੇ, ਮੁਬਾਰਕ ਨੇ ਨਗਰ ਕੀਰਤਨ ਸਜਾਉਣੇ, ਪਰ ਦੇਖਨੇ ਹਾਂ ਉਹਦੇ ਵਿੱਚ ਸਟਾਲ ਲੋੜ ਤੋਂ ਵੱਧ ਲਗਾ ਦਿੱਤੇ ਜਾਂਦੇ ਨੇ। ਕਈ ਪਾਸੇ ਜਿਹੜੇ ਅਨਾਜ ਦੀ ਬਰਬਾਦੀ ਵੀ ਹੁੰਦੀ ਹੈ ਤੇ ਇਸ ਪਾਸੇ ਵੀ ਸਿੱਖ ਕੌਮ ਨੂੰ ਧਿਆਨ ਦੇਣਾ ਹੋਏਗਾ ਕਿ ਲੰਗਰ ਨੂੰ ਉਸ ਤਰੀਕੇ ਨਾਲ ਹੀ ਉਸ ਦਾ ਇਸਤੇਮਾਲ ਕਰੀਏ ਜਾਂ ਉਸ ਦਾ ਯੂਜ਼ ਕਰੀਏ ਤਾਂ ਕਿ ਉਹ ਜਿਹੜੀ ਬਰਬਾਦੀ ਹੈ ਆਂਦੀ ਉਹ ਵੀ ਨਾ ਹੋਏ। ਹਾਂ ਬਿਲਕੁਲ ਜੀ, ਆਮ ਤੌਰ ਤੇ ਜਦੋਂ ਨਗਰ ਕੀਰਤਨ ਦੀ ਗੱਲ ਆਉਂਦੀ ਹੈ ਜਾਂ ਮੇਲਿਆਂ ਦੀ ਗੱਲ ਆਉਂਦੀ ਹੈ ਤੇ ਸਭ ਤੋਂ ਵੱਡਾ ਮੇਲਾ ਆਮ ਤੌਰ ਤੇ ਸਿੱਖ ਪੰਥ ਦੇ ਅੰਦਰ ਹੋਲਾ ਮਹੱਲਾ ਜਿਹਨੂੰ ਕਿਹਾ ਜਾਂਦਾ ਹੈ ਤੇ ਉਹਨਾਂ ਮੇਲਿਆਂ ਦੇ ਉੱਪਰ ਜੇਕਰ ਵੇਖਿਆ ਜਾਵੇ ਤੇ ਬਹੁਤ ਵੇਖਣ ਦੇ ਵਿੱਚ ਆਇਆ ਲੰਗਰ ਤਾਂ ਬੜੇ ਨੇ ਸਰੀਰਕ ਖੁਰਾਕ ਵਾਲੇ ਲਾਏ ਜਾਂਦੇ ਜਿਹੜੇ ਮੈਂ ਸਮਝਦਾ ਹੈ ਕਿ ਧੱਕੇ ਦੇ ਨਾਲ ਲੋਕਾਂ ਨੂੰ ਉੱਥੇ ਜਿਹੜੀ ਅਸੰਗਤ ਜਾ ਰਹੀ ਉਹਨਾਂ ਨੂੰ ਖਵਾਇਆ ਜਾਂਦਾ ਧੱਕੇ ਦੇ ਨਾਲ ਰੋਕ ਕੇ। ਦੂਜੇ ਨੰਬਰ ਤੇ ਇਹ ਵੇਖਣ ਦੇ ਵਿੱਚ ਆਇਆ ਹੈ ਕਿ ਲੰਗਰ ਸਰੀਰਕ ਖੁਰਾਕ ਵਾਲੇ ਤਾਂ ਬਹੁਤ ਲਾ ਦਿੱਤੇ ਸਿੱਖ ਕੌਮ ਨੇ, ਪਰ ਇਹਨਾਂ ਮੇਲਿਆਂ ਦੇ ਉੱਪਰ ਮੈਂ ਕੋਈ ਵੀ ਐਸਾ ਲੰਗਰ ਅੱਜ ਤੱਕ ਨਹੀਂ ਵੇਖਿਆ ਜਿੱਥੇ ਗੁਰੂ ਦੇ ਸ਼ਬਦ ਦਾ ਲੰਗਰ ਵੀ ਲਾਇਆ ਹੋਵੇ। ਕਿਸੇ ਨੂੰ ਇਹ ਫ੍ਰੀ ਲਿਟਰੇਚਰ ਦਿੱਤਾ ਜਾ ਰਿਹਾ ਹੋਵੇ ਸਿੱਖ ਪੰਥ ਬਾਰੇ, ਛੋਟੇ ਸਾਹਿਬਜ਼ਾਦਿਆਂ ਦੀ ਵਿਚਾਰ ਇਹ ਉਹਨਾਂ ਨੂੰ ਕਿਤਾਬਾਂ ਦੇ ਰਾਹੀਂ ਜਾਂ ਹੋਰ ਗੂੜ ਗਿਆਨ ਦੀ ਗੱਲ ਕੋਈ ਇਸ ਲੰਗਰ ਗੁਰੂ ਦਾ ਸ਼ਬਦ ਲੰਗਰ ਦੇ ਰੂਪ ਦੇ ਵਿੱਚ ਵੰਡੀ ਜਾ ਸਕੇ। ਤੇ ਜਿਹੜੀ ਬਰਬਾਦੀ ਦੀ ਗੱਲ ਆਉਂਦੀ ਹੈ, ਬਰਬਾਦੀ ਦੀ ਗੱਲ ਤੋਂ ਇੱਕ ਤਰੀਕੇ ਨਾਲ ਬਚਿਆ ਜਾ ਸਕਦਾ ਲੰਗਰ ਨੂੰ ਬਰਬਾਦ ਕਰਨ ਦੀ ਗੱਲ ਤੋਂ ਕਿ ਲੰਗਰ ਨਗਰ ਕੀਰਤਨਾਂ ਤੇ ਮੇਲਿਆਂ ਦੇ ਵਿੱਚ ਲੋੜ ਮੁਤਾਬਕ ਲਾਏ ਜਾਣ, ਲੋੜ ਮੁਤਾਬਕ ਖਾਣਾ ਪਰੋਸਿਆ ਜਾਵੇ ਤੇ ਜੇ ਕਿਤੇ ਹੋਰ ਲੰਗਰ ਲਾਉਣ ਦੀ ਲੋੜ ਪੈ ਜਾਵੇ ਤਾਂ ਉਹਨੂੰ ਲੋੜ ਨੂੰ ਮੁੱਖ ਰੱਖਦਿਆਂ ਲੰਗਰ ਲਾਇਆ ਜਾ ਸਕਦਾ। ਨਹੀਂ ਤਾਂ ਮੈਂ ਇੱਥੋਂ ਤੱਕ ਕਹਿੰਦਾ ਕਿ ਜਿਹੜਾ ਗੁਰੂ ਦੇ ਸ਼ਬਦ ਦਾ ਲੰਗਰ ਹੈ ਉਹ ਵੀ ਨਾਲ ਸਿੱਖ ਕੌਮ ਲਾਉਣ ਦਾ ਯਤਨ ਕਰੇ ਤਾਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ, ਬੱਚੇ ਨੇ ਜਾਂ ਆਉਣ ਵਾਲੇ ਜਿਹੜੇ ਬਾਹਰੋਂ ਅੰਦਰੋਂ ਜਿਹੜੇ ਇਸ ਨਗਰ ਕੀਰਤਨਾਂ ਦੇ ਅੰਦਰ ਸ਼ਾਮਲ ਹੁੰਦੇ ਨੇ, ਮੇਲਿਆਂ ਦੇ ਉੱਪਰ ਸ਼ਾਮਲ ਹੁੰਦੇ ਨੇ, ਵੱਡੇ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਉਹਨਾਂ ਨੂੰ ਫ੍ਰੀ ਲਿਟਰੇਚਰ ਵੰਡਿਆ ਜਾਵੇ। ਇਹ ਵੀ ਇੱਕ ਮੈਂ ਸਮਝਦਾ ਕਿ ਗੁਰੂ ਦਾ ਲੰਗਰ ਹੈ, ਜਿਹੜਾ ਗੁਰੂ ਦੇ ਸ਼ਬਦ ਦਾ ਲੰਗਰ ਹੈ, ਇਹ ਵੀ ਇੱਕ ਸੇਵਾ ਜਿਹੜੀ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਥਾਂ ਪਏਗੀ। ਬਾਕੀ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਜਿਸ ਨਾਲ ਅਸੀਂ ਵਾਧੂ ਲੰਗਰ ਲਗਾਉਂਦੇ ਹਾਂ ਉਸ ਪੈਸੇ ਨਾਲ ਅਸੀਂ ਜਿਹੜੇ ਸਮਾਜਿਕ ਭਲੇ ਦੇ ਕੰਮ ਕਾਰਜ ਕਰ ਸਕਦੇ ਹਾਂ। ਬੱਚਿਆਂ ਦੀ ਸਕੂਲਾਂ ਦੀ ਜਿਹੜੀ ਫੀਸਾਂ ਹੈ ਉਹ ਅਸੀਂ ਦੇ ਸਕਦੇ ਹਾਂ ਤੇ ਇਸ ਤਰ੍ਹਾਂ ਦੇ ਜਿਹੜੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਗਰੀਬ ਦਾ ਮੂੰਹ ਗੁਰੂ ਦੀ ਕੋਲਕ ਦੀ ਜਿਹੜਾ ਗੱਲ ਹੈ ਤੇ ਅਸੀਂ ਸਿਰਫ ਲੰਗਰ ਪਾਸੇ ਸਾਰਾ ਧਿਆਨ ਨਾ ਕਰਕੇ ਸਮਾਜਿਕ ਭਲਾ ਜਿਹੜਾ ਸਰਬਤ ਦੇ ਭਲੇ ਦਾ ਕਨਸੈਪਟ ਹੈ ਗੁਰਸਿੱਖੀ ਵਿੱਚ ਉਹ ਵੀ ਅਸੀਂ ਕਰ ਸਕਦੇ ਹਾਂ। ਬਿਲਕੁਲ ਜੀ, ਜਿਹੜਾ ਇੱਕ ਇਹ ਲੰਗਰ ਹੈ ਨਾ ਜਿਹੜਾ ਇਹਨੂੰ ਅਸੀਂ ਮੂਲ ਤੌਰ ਤੇ ਰੱਦ ਨਹੀਂ ਕਰ ਸਕਦੇ ਕਿਉਂਕਿ ਇੱਕ ਬਹੁਤ ਵੱਡਾ ਸਿੱਖੀ ਸਿਧਾਂਤ ਹੈ ਜੀ। ਅੱਜ ਇਹ ਹੋ ਗਿਆ ਕਿ ਇਹ ਲੋੜ ਤੋਂ ਵੱਧ ਹੋ ਗਿਆ, ਪਰ ਮੈਂ ਇੱਥੋਂ ਤੱਕ ਬੇਨਤੀ ਕਰਦਾ ਕਿ ਜੇ ਲੰਗਰ ਦੀ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਤੇ ਸਿੱਖ ਪੰਥ ਦੇ ਉਹਨਾਂ ਜਿਹੜੀਆਂ ਕਮੇਟੀਆਂ ਨੇ ਉਹਨਾਂ ਵੀਰ ਭੈਣਾਂ ਨੂੰ ਬੇਨਤੀ ਆ ਕਿ ਜੇ ਤੁਸੀਂ ਇਹ ਲੰਗਰ ਦੇ ਪੈਸਿਆਂ ਦੇ ਨਾਲ ਲੋੜ ਮੁਤਾਬਕ ਲੰਗਰ ਲਾਓ। ਜਿਹੜੇ ਵਾਧੂ ਲੰਗਰ ਲਾਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਐਜੂਕੇਸ਼ਨ ਦੇ ਪੱਖ ਤੋਂ ਸਿੱਖ ਕੌਮ ਬਹੁਤ ਪਿੱਛੇ ਪਛੜ ਰਹੀ ਹੈ ਤੇ ਮੈਂ ਸਮਝਦਾ ਕਿ ਕਿਸੇ ਬੱਚੇ ਦੀ ਫੀਸ ਜਿਹੜੀ ਆ ਉਹ ਆਪ ਉਹਨੂੰ ਬੱਚੇ ਨੂੰ ਕਹੋ ਸਕੂਲ ਜਾ ਕੇ ਕਿ 1 ਸਾਲ ਦੀ ਫੀਸ ਇਹਦੀ ਜ਼ਿੰਮੇਵਾਰੀ ਮੈਂ ਲੈਂਦਾ ਜਾਂ ਗੁਰਦੁਆਰੇ ਦੀ ਕਮੇਟੀ ਲੈਂਦੀ ਹੈ ਕਿ ਅੱਜ ਤੋਂ ਇਹਨਾਂ ਬੱਚਿਆਂ ਦੀ ਪੜ੍ਹਾਈ ਸਾਡੇ ਜ਼ਿੰਮੇ ਹੈ, ਗੁਰੂ ਦੇ ਜ਼ਿੰਮੇ ਹੈ, ਤਾਂ ਕਿ ਉਹ ਬੱਚੇ ਪੜ੍ਹ ਸਕਣ, ਉਹਨਾਂ ਨੂੰ ਵਧੀਆ ਕੋਰਸ ਕਰਾਏ ਜਾ ਸਕਣ। ਜਿਹੜੇ ਅੱਜ ਕਾਲਜਾਂ ਦੇ ਕੋਰਸ, ਗੁਰਮਤਿ ਕਾਲਜਾਂ ਦੇ ਕੋਰਸ ਜਿਹੜੇ ਘਰਾਂ ਦੇ ਵਿੱਚ ਬੈਠਿਆਂ ਹੁੰਦੇ ਨੇ, ਕਿਤਾਬਾਂ ਮਿਲਦੀਆਂ ਨੇ, ਉਹ ਕੋਰਸ ਉਹਨਾਂ ਨੂੰ ਕਰਾਏ ਜਾਣ ਤਾਂ ਕਿ ਉਹ ਸਿੱਖੀ ਦੀ ਵਿਚਾਰਧਾਰਾ ਤੋਂ ਜਾਣੂ ਹੋ ਸਕਣ, ਸਿੱਖ ਸਿਧਾਂਤ ਤੋਂ ਜਾਣੂ ਹੋ ਸਕਣ। ਤੇ ਇਹ ਵੀ ਇੱਕ ਮੈਂ ਸਮਝਦਾ ਕਿ ਲੰਗਰ ਦੀ ਤਰ੍ਹਾਂ ਹੀ ਆ, ਜੇ ਉਹਨਾਂ ਨੂੰ ਐਜੂਕੇਸ਼ਨ ਦੀ ਸਟੱਡੀ ਪ੍ਰੋਵਾਈਡ ਕਰਾਈ ਜਾਵੇ, ਜੇ ਉਹਨਾਂ ਨੂੰ ਸਿੱਖ ਸਿਧਾਂਤ ਦੱਸਿਆ ਜਾਵੇ, ਜੇ ਉਹਨਾਂ ਨੂੰ ਸੋਹਣੀਆਂ ਵਿਚਾਰਾਂ ਦੱਸੀਆਂ ਜਾਣ
ਜਾਂ ਇੱਕ ਸਿੱਖ ਸੱਭਿਆਚਾਰ ਬਾਰੇ ਉਹਨਾਂ ਨੂੰ ਦੱਸਿਆ ਜਾਵੇ, ਉਹਨਾਂ ਦੇ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕੀ ਜਾਵੇ, ਉਹਨਾਂ ਦੇ ਘਰ-ਬਾਰ ਨੂੰ ਸਾਂਭਿਆ ਜਾਵੇ। ਤੇ ਮੈਂ ਸਮਝਦਾ ਕਿ ਇੱਕ ਸਾਡੇ ਇੰਡੀਆ ਦੇ ਅੰਦਰ ਕੀ ਪੂਰੀ ਦੁਨੀਆ ਦੇ ਅੰਦਰ ਈਸਾਈ ਕੌਮ ਇੱਕ ਐਸੀ ਹੈ ਜਿਹੜੀ ਇਹਨਾਂ ਚੀਜ਼ਾਂ ਨੂੰ ਅਪਣਾ ਰਹੀ ਹੈ। ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਧੰਨ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਿਹੜੀ ਸਾਡੇ ਸਿੱਖ ਪੰਥ ਵਿੱਚ ਹੋਣੀ ਚਾਹੀਦੀ ਸੀ, ਉਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੂਜੇ ਧਰਮਾਂ ਵਾਲੇ ਅਪਣਾ ਰਹੇ ਨੇ। ਬਿਲਕੁਲ, ਸਾਨੂੰ ਇਹੀ ਹੈ ਕਿ ਲੰਗਰ ਦੀ ਜਿਹੜੀ ਮਰਿਆਦਾ ਹੈ ਉਹ ਵੀ ਕਾਇਮ ਰੱਖਣੀ ਹੈ, ਲੰਗਰ ਦੀ ਜਿਹੜੀ ਪ੍ਰਥਾ ਹੈ ਉਸ ਦਾ ਵੀ ਸਾਨੂੰ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਪਰ ਗੁਰਮਤਿ ਸਿਧਾਂਤਾਂ ਦੀ ਮਰਿਆਦਾ ਵਿੱਚ ਰਹਿ ਕੇ ਉਸੇ ਸਰਹੱਦਾਂ ਵਿੱਚ ਸਾਨੂੰ ਰਹਿਣਾ ਜਿਸ ਸਰਹੱਦਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਣਿਆ ਹੈ। ਲੰਗਰ ਵੀ ਚਲਾਉਣੇ ਨੇ, ਗੁਰੂ ਦੇ ਸੇਵਾ ਵੀ ਟਹਿਲ ਪਾਣੀ ਸਿੱਖਾਂ ਨੇ ਕਰਨੀ ਹੈ, ਪਰ ਨਾਲ ਦੇ ਨਾਲ ਇਸ ਦਾ ਜਿਹੜਾ ਪੁਰਾਤਨ ਸਰੂਪ ਤੇ ਜਿਹੜਾ ਅਸਲ ਸਰੂਪ ਹੈ ਉਸ ਨੂੰ ਵੀ ਬਰਕਰਾਰ ਰੱਖਣਾ ਹੈ। ਸਾਧ ਸੰਗਤ ਜੀ, ਆਓ ਹੁਣ ਸਭੀ ਧਰਮ ਵਿਚਾਰੋ ਇੱਥੇ ਸੰਕੋਚਨੇ ਆ। ਵਕਤ ਹੋ ਚੱਲਿਆ ਤੁਹਾਡੇ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਦਾ। ਤੇ ਜਿਹੜਾ ਸਾਡੇ ਕੋਲ ਅੱਜ ਸਵਾਲ ਆਇਆ ਉਹ ਆਇਆ ਹੈ ਕਿ ਸਿੱਖ ਰਹਿਤ ਮਰਿਆਦਾ ਵਿੱਚ ਆਨੰਦ ਸੰਸਕਾਰ ਬਾਰੇ ਕੀ ਕਿਹਾ ਗਿਆ ਹੈ। ਇਹ ਹਰਸ਼ਦੀਪ ਕੌਰ ਜੀ ਨੇ ਅੰਬਾਲਾ ਤੋਂ ਪੁੱਛਿਆ ਹੈ ਸੰਸਕਾਰ ਬਾਰੇ। ਹਾਂਜੀ ਬਿਲਕੁਲ ਜੀ, ਜਿਹੜੇ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਤੋਂ ਲਾਗੂ ਕੀਤੀ ਗਈ ਹੈ ਉਹਦੇ ਵਿੱਚ ਆਨੰਦ ਸੰਸਕਾਰ ਬਾਰੇ ਜਿਹੜੀ ਵਿਚਾਰ ਸਾਡੇ ਸਾਹਮਣੇ ਆ। ਵੈਸੇ ਮੈਂ ਇਹ ਵਿਚਾਰ ਜਿਹੜੀ ਆ ਬੜੀ ਡੂੰਘਾਈ ਦੇ ਨਾਲ ਇੱਥੋਂ ਹੀ ਲਾਈਵ ਬੋਲ ਚੁੱਕਿਆ, ਪਰ ਫਿਰ ਵੀ ਥੋੜੇ ਜਿਹੇ ਸੰਖੇਪ ਲਫ਼ਜ਼ਾਂ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਆਨੰਦ ਸੰਸਕਾਰ ਜ਼ਿੰਦਗੀ ਦਾ ਇੱਕ ਉਹ ਹਿੱਸਾ ਹੈ ਜਿਹੜਾ ਸਿੱਖ ਰਹਿਤ ਮਰਿਆਦਾ ਨੇ ਸਾਡੀ ਸਿਧਾਂਤ ਜਿਹੜਾ ਸਾਡੇ ਸਾਹਮਣੇ ਰੱਖਿਆ। ਉਹਦੇ ਵਿੱਚ ਇਹ ਜਿਹੜੀ ਗੱਲ ਲਿਖੀ ਗਈ ਹੈ ਕਿ ਸਿੱਖ ਬੱਚਾ ਤੇ ਬੱਚੀ ਉਹਨਾਂ ਦਾ ਆਨੰਦ ਕਾਰਜ ਗੁਰੂ ਦੀ ਹਜ਼ੂਰੀ ਦੇ ਵਿੱਚ ਲਾਵਾਂ ਦਾ ਪਾਠ ਜਿਹਨੂੰ ਕਿਹਾ ਜਾਂਦਾ ਹੈ, ਸੂਹੀ ਮਹਲਾ ਚੌਥਾ ਦੀਆਂ ਜਿਹੜੀਆਂ ਇਹ 4 ਲਾਵਾਂ ਨੇ ਉਹਨਾਂ ਦੇ ਦੁਆਰਾ ਹੋਣਾ ਚਾਹੀਦਾ। ਸੰਗਤੀ ਰੂਪ ਦੇ ਵਿੱਚ ਪੰਡਾਲ ਸੱਜੇ, ਉੱਥੇ ਰਾਗੀ ਸਿੰਘ ਬਾਣੀ ਦਾ ਕੀਰਤਨ ਕਰਨ, ਕਥਾਵਾਚਕ ਕਥਾ ਵਿਚਾਰਾ ਕਰੇ ਤੇ ਕਥਾ ਵਿਚਾਰ ਦੇ ਵਿੱਚ ਜਿਹੜੀਆਂ 4 ਲਾਵਾਂ ਦਾ ਉਪਦੇਸ਼ ਹੈ ਉਹ ਬੱਚੇ ਤੇ ਬੱਚੀ ਨੂੰ ਦ੍ਰਿੜ ਕਰਾਇਆ ਜਾ ਸਕੇ, ਤਾਂ ਜੋ ਆਪਣੇ ਉਹ ਗ੍ਰਸਥ ਜਿਹੜਾ ਜੀਵਨ ਹੈ ਉਹ ਗ੍ਰਸਥ ਜੀਵਨ ਤੋਂ ਕੁਝ ਸੇਧ ਲੈ ਸਕਣ ਤੇ ਬਹੁਤ ਆਨੰਦਮਈ ਤਰੀਕੇ ਦੇ ਨਾਲ ਉਸ ਨੂੰ ਜਿਉ ਸਕਣ। ਤੇ ਇਹਦੇ ਵਿੱਚ ਆਮ ਜਿਹੜੇ ਕਰਮ ਜਿਹੜੇ ਨੇ ਜਿਹੜੇ ਸਿੱਖ ਵਿਚਾਰਧਾਰਾ ਤੋਂ ਬਾਹਰ ਕੀਤੇ ਜਾਂਦੇ ਨੇ ਉਹਨਾਂ ਤੋਂ ਪਰੇ ਹੋ ਕੇ ਗੁਰੂ ਦੀ ਹਜ਼ੂਰੀ ਦੇ ਅੰਦਰ ਇਸ ਨੂੰ ਬੜੀ ਸੋਹਣੇ ਤਰੀਕੇ ਨਾਲ ਨੇਪਰੇ ਚਾੜਿਆ ਜਾਵੇ। ਜੀ, ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਵੱਲੋਂ ਪੁੱਛੇ ਗਏ ਸਵਾਲ ਦਾ ਜਿਹੜਾ ਜਵਾਬ ਤੁਹਾਨੂੰ ਮਿਲਿਆ ਹੈ ਉਸ ਨਾਲ ਤੁਹਾਨੂੰ ਜ਼ਰੂਰ ਸੰਤੁਸ਼ਟੀ ਹੋਏਗੀ। ਤੇ ਕੁਲਦੀਪ ਸਿੰਘ ਜੀ, ਤੁਸੀਂ ਇੱਕ ਓਂਕਾਰ ਵਿਚਾਰ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।